डिस्कशन का पार्ट बनया करो सारे जने, ठीक है, कोई ना कोई क्वेश्चन रेज करके जिवें, ठीक है। ओके जी, अगला वर्ड कर लो जी, सोलो डोलो मूवर लौकी। तो लौकी लाइफस्टाइल होंदा जी, लौकी लाइफस्टाइल सिंपल लाइफस्टाइल, मतलब भावें अपने कोले ਕਰੋੜ ਰੁਪਈਆ ਹੈਗਾ ਪਰ ਫਿਰ ਵੀ ਆਪਾਂ ਸਿੰਪਲ ਜਿਹੀ ਲਾਈਫਸਟਾਈਲ ਦੇ ਵਿੱਚ ਯਕੀਨ ਰੱਖਦੇ ਆ। ਤਾਂ ਡੂ ਯੂ ਲਾਈਕ ਫੈਸ਼ਨੇਬਲ ਕਲੋਥਸ? ਐਕਚੁਅਲੀ ਆਈ ਹੈਵ ਅ ਲੌਕੀ, ਆਈ ਬਲੀਵ ਇਨ ਲੌਕੀ ਲਾਈਫਸਟਾਈਲ। ਮਤਲਬ ਤੁਸੀਂ ਚੰਡੀਗੜ੍ਹ ਚ ਕੋਠੀ ਵੀ ਲੈ ਸਕਦੇ ਹੋ, ਇੰਨੇ ਏਬਲ ਹੈਗੇ ਹੋ, ਪਰ ਤੁਹਾਡਾ ਯਕੀਨ ਜਿਹੜਾ ਆ ਉਹ ਹੈਗਾ ਲੌਕੀ ਲਾਈਫਸਟਾਈਲ ਦੇ ਵਿੱਚ, ਠੀਕ ਹੈ। ਉਹ ਸਿੱਧੂ ਦੇ ਗਾਣੇ ਚ ਵੀ ਕਹਿੰਦਾ ਨਾ, ਲੌਕੀ ਲਾਈਫ ਚ ਯਕੀਨ ਰੱਖਦਾ, ਤੁਸੀਂ ਭੁੱਲ ਜਾਓ ਇਹ ਦਿਨ ਕਦੇ ਵੀ ਨਹੀਂ ਆਉਣਾ, ਇੱਕ ਗਾਣਾ ਆਇਆ ਸੀ ਉਹਦਾ, ਉਹਦੇ ਚ ਸੁਣ ਲਿਓ। ਇਹ ਐਕਚੁਅਲੀ ਵਰਡ ਮੈਂ ਉੱਥੋਂ ਹੀ ਕੱਢਿਆ ਸੀਗਾ, ਠੀਕ ਹੈ। ਤੇ ਜਿਹੜਾ ਸੋਲੋ ਡੋਲੋ ਮੂਵਰ ਆ ਉਹ ਵੀ ਆਪਾਂ ਉੱਥੋਂ ਹੀ ਕੱਢਿਆ, ਉਸ ਤੋਂ ਬਾਅਦ ਨੈਟ ਤੇ ਚੈੱਕ ਕੀਤੇ ਸੀਗੇ, ਠੀਕ ਹੈ। ਸੋਲੋ ਡੋਲੋ ਜਿਹੜਾ ਉਹਦਾ ਲੈਵਲ ਗਾਣਾ ਆਇਆ ਸਿੱਧੂ ਦਾ ਲਾਸਟ, ਉਹਦੇ ਵਿੱਚੋਂ ਲਿਆ ਹੋਇਆ, ਠੀਕ ਹੈ। ਓਕੇ ਜੀ, ਅਗਲਾ ਵਰਡ ਹੈ ਜੀ ਸੋ ਫਾਰ। ਸੋ ਫਾਰ ਦਾ ਮੀਨਿੰਗ ਹੁੰਦਾ ਜੀ, ਓਕੇ ਕੋਈ ਦੱਸਣਾ ਚਾਹੇਗਾ? ਸੋ ਫਾਰ ਦਾ ਮੀਨਿੰਗ, ਹਰਮਨ ਤੁਸੀਂ ਰੁਕ ਜਾਓ ਤੁਸੀਂ। ਹੁਣ ਤੱਕ। ਠੀਕ ਆ, ਸੱਚੀ ਦੱਸੋਗੇ ਕਿਵੇਂ ਪਤਾ ਹੈ? ਕਰਨ ਔਜਲੇ ਦੇ ਗਾਣੇ ਚ ਬਾਵਾ ਵਾਰ ਯੂਜ਼ ਹੋਇਆ ਤੇ ਹਾਂਜੀ ਕਰਨ ਔਜਲੇ ਦੇ ਗਾਣੇ ਚ ਵੀ ਹੈਗਾ। ਹਾਂ, ਬਟ ਬਹੁਤ ਬੱਚਿਆਂ ਨੂੰ ਐ ਲੱਗਦਾ ਕਿ ਇਹਦਾ ਮਤਲਬ ਹੁੰਦਾ ਬਹੁਤ ਦੂਰ, ਹਨਾ। ਇਹ ਵੀ ਭੁਲੇਖਾ ਪਾਉਂਦਾ ਨਾ ਵਰਡ ਸੋ ਫਾਰ, ਵੀ ਕਾਫੀ ਦੂਰ ਚੀਜ਼, ਹਨਾ। ਤਾਂ ਇਹਦਾ ਮਤਲਬ ਹੁੰਦਾ ਹੁਣ ਤੱਕ, ਠੀਕ ਹੈ। ਸੋ ਫਾਰ ਤਾਂ ਤੁਸੀਂ ਕਹਿ ਸਕਦੇ ਹੋ ਕਿ have you read many books? Actually I have read 3 books so far। ਹੁਣ ਤੱਕ ਮੈਂ 3 ਬੁੱਕਸ ਪੜ੍ਹੀਆਂ ਨੇ। I have read 3 books so far besides my academics, ਠੀਕ ਹੈ। ਮੇਰੇ ਐਕੈਡੈਮਿਕਸ ਤੋਂ ਬਿਨਾਂ, ਐਕੈਡੈਮਿਕਸ ਦੇ ਨਾਲ, apart from my academics, ਉਹਦੇ ਤੋਂ ਬਿਨਾਂ ਮੈਂ 3 ਬੁੱਕਸ ਪੜ੍ਹੀਆਂ ਨੇ, The Race of My Life, Rich Dad Poor Dad and The Power of Subconscious Mind। And if I talk about my most favorite, this is The Race of My Life। This book is all about the life story of Sardar Milkha Singh। This book describes when and where he was born and rise respectively, even though he was born in Pakistan but rise in India। ਤਾਂ ਥੋੜਾ ਬਹੁਤਾ ਉਹਦੇ ਬਾਰੇ ਐਕਸਪਲੇਨੇਸ਼ਨ ਦੇ ਦੇਣੀ ਆ। ਕਈ ਵਾਰੀ ਬੁੱਕ ਦਾ ਰਾਈਟਰ ਪੁੱਛ ਲੈਂਦੇ ਨੇ, ਨਾ ਯਾਦ ਆਵੇ ਕੁਛ ਵੀ ਕਹਿ ਦੋ, ਕੁਛ ਵੀ, ਭਾਵੇਂ ਆਪਦੇ ਚਾਚੇ ਤਾਏ ਦਾ ਨਾਂ ਲੈ ਦੋ, ਡਜ਼ਨਟ ਮੈਟਰ, ਕਿਉਂਕਿ ਉਹ ਆਪਣੀ ਨੌਲੇਜ ਨੂੰ ਜੱਜ ਕਰਨ ਲਈ ਨਹੀਂ ਬੈਠੇ, ਠੀਕ ਹੈ। ਮੇਰੇ ਇੱਕ ਸਰ ਸੀਗੇ, ਉਹ ਜਿਹੜਾ ਨਿਊਟਨ ਦਾ ਲਾ ਸੀਗਾ ਗ੍ਰੈਵਿਟੀ ਵਾਲਾ, ਉਹ ਕਿਸੇ ਹੋਰ ਦਾ ਕਹਿ ਆਏ ਉੱਥੇ, ਕਹਿੰਦੇ ਮੇਰੇ ਪੱਕਾ 7 ਬੈਂਡ ਰਹਿ ਜਾਣਗੇ। ਤੇ ਜਦੋਂ ਰਿਜ਼ਲਟ ਆਇਆ 8.5 ਹੀ ਆਏ। ਉਹਨਾਂ ਦੀ ਸਪੀਕਿੰਗ ਹੈਗੀ ਸੀ 8 ਤੋਂ ਪਲੱਸ ਵਾਲੀ, ਤਾਂ 8.5 ਹੀ ਆਏ, ਕਿਉਂਕਿ ਉਹਨਾਂ ਨੂੰ ਇੱਕ ਚੀਜ਼ ਰਿਅਲਾਈਜ਼ ਹੋਈ ਕਿ ਨੌਲੇਜ ਦਾ ਕੋਈ ਲੈਣਾ ਦੇਣਾ ਨਹੀਂ ਹੈ। ਜੇ ਤੁਸੀਂ ਕਹਿ ਦੋਗੇ ਨਾ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ 1949 ਨੂੰ ਵੀ ਹੋਇਆ, ਤਾਂ ਉਹਨਾਂ ਨੂੰ ਕੋਈ ਮੈਟਰ ਨਹੀਂ ਵੀ ਉਹਨਾਂ ਜਨਮ ਕਦੋਂ ਹੋਇਆ। ਉਹਨਾਂ ਨੂੰ ਇਹ ਵੀ ਤੁਸੀਂ ਇਸ ਗੱਲ ਨੂੰ ਕਹਿੰਦੇ ਕਿਵੇਂ ਹੋ, ਇਸ ਗੱਲ ਨੂੰ ਤੁਹਾਡਾ ਕਹਿਣ ਦਾ ਤਰੀਕਾ ਕੀ ਹੈ, ਠੀਕ ਹੈ। ਓਕੇ ਜੀ, ਇੱਕ ਆਪਾਂ ਵਰਡ ਯੂਜ਼ ਕਰਦੇ ਹਾਂ ਸਮਟਾਈਮਸ। ਤਾਂ ਇਹਨੂੰ ਥੋੜਾ ਜਿਹਾ ਰਿਪਲੇਸ ਕਰੋ ਐਡਵਾਂਸ ਦੇ ਨਾਲ, ਨਾਓ ਐਂਡ ਦੈਨ। ਨਾਓ ਐਂਡ ਦੈਨ ਮਤਲਬ ਕਦੇ ਕਦੇ, ਠੀਕ ਹੈ। ਐਵਰੀ ਨਾਓ ਐਂਡ ਦੈਨ, ਤਾਂ ਮਤਲਬ ਹਮੇਸ਼ਾ ਹੀ। ਆਪਾਂ ਘਰੇ ਪੰਜਾਬੀ, ਹੁਣ ਮੈਂ ਇੱਥੇ ਥੋੜਾ ਜਿਹਾ ਦੱਸਦਾ ਤੁਹਾਨੂੰ, ਆਪਾਂ ਆਪਣੀ ਲਾਈਫ ਦੇ ਵਿੱਚ ਪੰਜਾਬੀ ਬੋਲਦੇ ਹਾਂ ਵੀ ਜਦੋਂ ਵੇਖੋ ਤੂੰ ਫਿਲਮਾਂ ਹੀ ਦੇਖਣ ਲੱਗਿਆ ਰਹਿਣਾ, ਜਦੋਂ ਵੇਖੋ ਤੈਨੂੰ ਤੂੰ ਖਾਈ ਜਾ ਰਿਹਾ ਹੁੰਦਾ, ਤਾਂ ਇਹ ਉਹ ਵਾਲਾ ਵਰਡ ਹੈ, ਠੀਕ ਹੈ। ਐਵਰੀ ਨਾਓ ਐਂਡ ਦੈਨ ਯੂ ਈਟ, ਐਵਰੀ ਨਾਓ ਐਂਡ ਦੈਨ ਯੂ ਵਾਚ ਮੂਵੀਜ਼, ਤਾਂ ਇਹ ਉਹ ਹੈ ਜਿਹੜੀ ਆਪਣੀ ਪੰਜਾਬੀ ਹੈ, ਉਹਨੂੰ ਹੀ ਇੰਗਲਿਸ਼ ਦੇ ਵਿੱਚ ਕਿੱਦਾਂ ਬੋਲਣਾ, ਇਹ ਉਹ ਚੀਜ਼ਾਂ ਨੇ, ਠੀਕ ਹੈ। ਤਾਂ ਸਮਟਾਈਮਸ ਨੂੰ ਨਾਓ ਐਂਡ ਦੈਨ, ਮੈਜੋਰਿਟੀ ਆਫ ਟਾਈਮ ਨੂੰ ਐਵਰੀ ਨਾਓ ਐਂਡ ਦੈਨ ਕਹਿ ਲਓ, ਠੀਕ ਹੈ। 2 ਵਰਡਸ ਇੱਕ ਹੋਰ ਫਰੇਜ਼ ਕਰਵਾ ਦੇਣਾ, ਰਨਿੰਗ ਸ਼ਾਰਟ ਆਫ, ਨਥਿੰਗ ਸ਼ਾਰਟ ਆਫ। ਤਾਂ ਮੀਨਿੰਗ ਦੋਨਾਂ ਦਾ ਕੀ ਹੈ ਜੀ? ਰਨਿੰਗ ਸ਼ਾਰਟ ਆਫ ਤੁਸੀਂ ਜਿਹਦੇ ਨਾਲ ਵੀ ਲਾਓਗੇ, ਯਾਨੀ ਕਿ ਉਹ ਚੀਜ਼ ਤੁਹਾਡੇ ਕੋਲ ਘਟ ਰਹੀ ਹੈ। ਫੋਰ ਐਗਜ਼ਾਮਪਲ, ਤੁਸੀਂ ਕਿਤੇ ਬੈਠੇ ਹੋ, ਕੋਈ ਬੰਦਾ ਤੁਹਾਨੂੰ ਇਰੀਟੇਟ ਕਰ ਰਿਹਾ, ਤੁਹਾਡੇ ਨਾਲ ਦੇ ਬੰਦੇ ਦਾ ਨਾਮ ਰਮਨ ਹੈ, ਤਾਂ ਤੁਸੀਂ ਕਹਿ ਰਹੇ ਹੋ ਰਮਨ tell him to stop now, I'm running short of my patience।
ਇਹਨੂੰ ਕਹਿ ਦੇ ਕਿ ਹੁਣੇ ਇੱਥੇ ਚੁੱਪ ਕਰ ਜੇ, ਮੈਂ ਆਪਣਾ ਪੇਸ਼ੈਂਸ ਲੂਜ਼ ਕਰ ਰਿਹਾ, ਮੇਰਾ ਪੇਸ਼ੈਂਸ ਘਟ ਰਿਹਾ ਹੁਣ, I could slap him, ਮੈਂ ਇਹਦੇ ਥੱਪੜ ਮਾਰ ਸਕਦਾ। ਇਹਨੂੰ ਕਹੇ ਇੱਥੇ ਚੁੱਪ ਕਰ ਜਾ। ਰਨਿੰਗ ਸ਼ਾਰਟ ਆਫ, ਆਈ ਐਮ ਰਨਿੰਗ ਸ਼ਾਰਟ ਆਫ ਮਾਈ ਵਰਡਸ, ਮੇਰੇ ਕੋਲ ਵਰਡਸ ਦਾ ਘੱਟ ਆ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਕਿਸੇ ਲੇਕ ਤੇ ਗਏ, ਤੁਸੀਂ ਕਿਸੇ ਚੀਜ਼ ਦੀ ਤਾਰੀਫ ਕਰਨੀ ਆ, ਤੁਸੀਂ ਕਿਸੇ ਬੈਗ ਦੇ ਬਾਰੇ ਬੋਲਣਾ ਆ, ਠੀਕ ਹੈ, ਤਾਂ ਲਾਈਕ if I talk about what I feel about this bag, ਦੇਖੋ ਹਰੇਕ ਕਿਊ ਕਾਰਡ ਦੇ ਵਿੱਚ ਇੱਕ ਚੀਜ਼ ਹੁੰਦੀ ਹੈ, ਕੀ ਹੁੰਦਾ ਹੈ ਉਹ, ਕਿ ਲਾਸਟ ਵਾਲੀ ਜਿਹੜੀ ਆਪਣੀ ਫੋਰਥ ਕਿਊ ਹੁੰਦੀ ਹੈ ਕਿ ਤੁਸੀਂ ਇਹ ਜੇ ਪਾਸਟ ਚ ਤਾਂ ਤੁਸੀਂ ਇਹਦੇ ਬਾਰੇ ਕੀ ਫੀਲ ਕੀਤਾ, ਲਾਈਕ what you felt about it। ਜੇ ਪ੍ਰੈਜ਼ੈਂਟ ਦੇ ਵਿੱਚ ਆ ਤਾਂ ਤੁਸੀਂ ਕੀ ਫੀਲ ਕਰਦੇ ਹੋ, ਜੇ ਫਿਊਚਰ ਦੇ ਵਿੱਚ ਆ what you will be feeling about this, ਤੁਹਾਡੀ ਕੀ ਫੀਲਿੰਗ ਰਹੇਗੀ ਇਹਦੇ ਬਾਰੇ, ਠੀਕ ਹੈ। ਤਾਂ ਤੁਸੀਂ ਕਹਿ ਸਕਦੇ ਹੋ ਜੀ if I talk about that what I feel about this, actually I'm running short of my words that how I can praise it। ਮੇਰੇ ਕੋਲ ਸ਼ਬਦਾਂ ਦਾ ਘਾਟਾ ਪੈ ਰਿਹਾ ਵੀ ਮੈਂ ਕਿਵੇਂ ਇਹਦੀ ਸਿਫਤ ਕਰਾਂ। ਆਪਾਂ ਰਿਐਲਿਟੀ ਸ਼ੋਜ਼ ਦੇਖਦੇ ਆ ਨਾ, ਉਹ ਰੋਂਦੇ ਰੋਂਦੇ ਕਹਿ ਰਹੇ ਹੁੰਦੇ ਨੇ ਜਾਂ ਅੱਖਾਂ ਭਰ ਆਉਂਦੀਆਂ ਨੇ ਜੱਜਿਸ ਦੀਆਂ, ਮੇਰੇ ਪਾਸ ਲਫ਼ਜ਼ ਨਹੀਂ ਹੈ ਮੈਂ ਇਸ ਗਾਣੇ ਕੀ ਕੈਸੇ ਤਾਰੀਫ ਕਰੂੰ, ਹਨਾ। ਤਾਂ ਇਹ ਉਹ ਚੀਜ਼ਾਂ ਨੇ। ਦੇਖੋ ਜੇ ਆਪਾਂ ਨੂੰ ਇਹ ਚੀਜ਼ਾਂ ਬਣੀਆਂ ਹੋਈਆਂ ਨੇ, ਜੇ ਆਪਾਂ ਨੂੰ ਆਪਣੀ ਲੈਂਗੁਏਜ ਦੇ ਵਿੱਚ ਇੰਪ੍ਰੈਸ ਕਰਦੀਆਂ ਨੇ ਨਾ, ਫੀਲ ਕਰਕੇ ਦੇਖੋ ਵੀ ਉਹਨਾਂ ਨੂੰ ਇਹਨਾਂ ਦੀ ਲੈਂਗੁਏਜ ਦੇ ਵਿੱਚ ਕਿੱਦਾਂ ਇੰਪ੍ਰੈਸ ਕਰਦੀਆਂ ਹੋਣਗੀਆਂ। ਉਹਨਾਂ ਨੂੰ ਵੀ ਓਨਾ ਹੀ ਅੱਛਾ ਲੱਗਦਾ ਆ ਕਿ ਸਾਨੂੰ ਕੋਈ ਬੰਦਾ ਸਾਡੇ ਵਾਲੀ ਭਾਸ਼ਾ, ਮਤਲਬ ਕੋਈ ਬੰਦਾ ਦੂਜੇ ਦੇਸ਼ ਦਾ ਸਾਨੂੰ ਸਾਡੀ ਭਾਸ਼ਾ ਸਾਡੇ ਤਰੀਕੇ ਨਾਲ ਸੁਣਾ ਰਿਹਾ। ਆਏ ਨਹੀਂ ਸੁਣਾ ਰਿਹਾ ਕਿ do you like chocolate, yes I like chocolate because it is too sugary and I like sugary products। ਉਹਨੂੰ ਜੇ ਕੋਈ ਏਦਾਂ ਸੁਣਾ ਰਿਹਾ ਨਾ do you like chocolate, yes I do because I have a sweet tooth and I'm really into, I have a bit interest। ਤਾਂ ਇਹ ਉਹਨਾਂ ਦੀ ਐਕਚੁਅਲੀ ਭਾਸ਼ਾ ਆ, yes I do। ਏਦਾਂ ਦੇ ਫਰੇਜ਼ਸ ਛੋਟੇ ਛੋਟੇ ਉਹਨਾਂ ਦੀਆਂ ਲਾਈਨਾਂ ਹੀ ਉਹਨਾਂ ਤੋਂ ਚੋਰੀ ਕਰਕੇ ਆਪਾਂ ਨਹੀਂ ਸੁਣਾਉਣੀਆਂ। Do you like to listen music? Yes, I like to listen music। ਨਹੀਂ ਜੀ, yes I do। Do you have any interest? Do you have any talent? Yes I have। Yes I have any talent। ਕੀ ਲੋੜ ਹੈ ਸਾਰਾ ਫਰੇਜ਼ ਬੋਲਣ ਦੀ? ਨਹੀਂ ਲੋੜ। ਉਹ ਟੀਡੀਐਸ ਕਰ ਦਿੰਦੇ ਹੋ ਤੁਸੀਂ ਆਪਣੀ ਫਿਰ ਸਪੀਕਿੰਗ ਨੂੰ। ਆਪਾਂ ਫਿਰ 2-3 ਮਿੰਟ ਤੋਂ ਬਾਅਦ ਆਪਣੇ ਚ ਇੰਟਰਸਟ ਲੈਣਾ ਖਤਮ ਕਰ ਦੂਗਾ। ਜੇ ਤੁਸੀਂ ਥੋੜਾ ਜਿਹਾ ਮਜ਼ੇ ਨਾਲ ਸਪੀਕਿੰਗ ਦਓਗੇ ਨਾ, ਤੁਹਾਨੂੰ ਫਾਲੋਅਪਸ ਦੇ ਵਿੱਚ ਉਹ ਫਸਾਊਗਾ ਵੀ ਨਹੀਂ। ਮੈਂ ਦੱਸਦਾ ਕਿਵੇਂ, ਕਿਉਂਕਿ ਉਦੋਂ ਤੁਹਾਡੇ ਫਾਲੋਅਪਸ ਨਾ ਡਿਸਕਸ਼ਨ ਚ ਬਦਲ ਜਾਣਗੇ। ਨਹੀਂ ਫਿਰ ਜੇ ਤੁਸੀਂ ਆਨਸਰ ਇਦਾਂ ਹੀ ਦਿੰਦੇ ਰਹੇ, ਫਿਰ ਉਹਨੇ ਪੂਰਾ ਆਨਸਰ ਸੁਣਨ ਤੋਂ ਬਾਅਦ ਹੀ ਅਗਲਾ ਕੁਐਸਚਨ ਪੁੱਛਣਾ ਹੈ। ਵੀ ਜਵਾਕ ਹੀ ਇਹ ਚਾਹੁੰਦਾ ਹੈ ਵੀ ਮੈਂ ਫਸਾਂ। ਤੁਸੀਂ ਕਦੇ 8-9 ਬੈਂਡ ਵਾਲਿਆਂ ਦੀ ਸਪੀਕਿੰਗ ਦੇਖਿਓ, ਉਹ ਛੇਤੀ ਕਿਤੇ ਉਹਨਾਂ ਨੂੰ ਪੂਰਾ ਆਨਸਰ ਦੇਣ ਹੀ ਨਹੀਂ ਦਿੰਦੇ, ਗੱਲ ਦੇ ਵਿੱਚੋਂ ਗੱਲ ਹੋਰ ਸ਼ੁਰੂ ਕਰ ਦਿੰਦੇ ਨੇ। ਔਰ ਆਨਸਰ ਦੇਣ ਵਾਲੇ ਦਾ ਫਾਇਦਾ ਹੋ ਜਾਂਦਾ ਹੈ ਵੀ ਉਹਦੇ ਕੋਲ ਹੋ ਸਕਦਾ ਵਰਡ ਦੀ ਸ਼ਾਰਟੇਜ ਹੋ ਰਹੀ ਹੈ, ਪਰ ਅਗਲੀ ਗੱਲ ਉਹ ਸ਼ੁਰੂ ਕਰ ਲੈਂਦਾ ਇਹਨੇ ਨਾਲ, ਠੀਕ ਹੈ। ਤਾਂ ਰਨਿੰਗ ਸ਼ਾਰਟ ਆਫ, ਠੀਕ ਹੈ। ਮੈਂ ਇੱਕ ਅੱਧਾ ਸੈਂਟੈਂਸ ਬਣਾ ਦਿੰਦਾ। I am running, ਯੂਜ਼ ਕਰਿਓ ਆਪਣੀ ਲੈਂਗੁਏਜ ਦੇ ਵਿੱਚ, ਫਿਰ ਹੀ ਫਾਇਦਾ ਹੈ। ਇਕੱਲਾ ਸਿੱਖਣ ਦਾ ਕੋਈ ਫਾਇਦਾ ਨਹੀਂ। ਗੱਡੀ 'ਚ ਤੇਲ ਪਵਾ ਕੇ ਠਾਲ ਦੋਗੇ ਕੋਈ ਫਾਇਦਾ ਨਹੀਂ, ਚਲਾਓਗੇ ਫਿਰ ਹੀ ਕਿਤੇ ਪਹੁੰਚੋਗੇ। I am running short of my words, ਮਤਲਬ ਤੁਸੀਂ ਕੁਝ ਵੀ ਲਗਾ ਸਕਦੇ ਹੋ ਨਾਲ, ਕੁਝ ਹੋਰ ਲਗਾ ਲਓ, ਪੇਸ਼ੈਂਸ ਲਗਾ ਲਓ, ਠੀਕ ਹੈ। ਤਾਂ ਨਥਿੰਗ ਸ਼ਾਰਟ ਆਫ ਕੀ ਹੁੰਦਾ ਜੀ? ਮੋਸਟਲੀ ਬੱਚਿਆਂ ਨੂੰ ਪਤਾ ਵੀ ਹੋਏਗਾ, ਪਰ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦੇਣਾ ਚਾਹੁੰਦਾ ਕਿ ਨਥਿੰਗ ਸ਼ਾਰਟ ਆਫ ਹੁੰਦਾ ਜੀ ਤੋਂ ਘੱਟ ਨਹੀਂ। ਜਿਵੇਂ ਆਪਾਂ ਕਹਿ ਦਿੰਦੇ ਆ, ਠੀਕ ਹੈ ਜੇ ਤੇਰੇ ਰੀਲ ਤੇ ਲਾਈਕ ਵੱਧ ਰਹੇ ਨੇ, ਇੰਸਟਾਗ੍ਰਾਮ ਤੇ ਲਾਈਕ ਵੱਧ ਰਹੇ ਨੇ, ਮੈਂ ਵੀ ਤੇਰੇ ਤੋਂ ਘੱਟ ਨਹੀਂ, ਮੇਰੇ ਵੀ ਫਾਲੋਅਰ ਵਧੀ ਜਾਂਦੇ ਆ। ਠੀਕ ਹੈ ਜੇ ਤੈਨੂੰ ਚਾਹ ਬਣਾਉਣੀ ਆਉਂਦੀ ਹੈ, ਮੈਂ ਵੀ ਤੇਰੇ ਤੋਂ ਘੱਟ ਨਹੀਂ। ਠੀਕ ਹੈ। ਤੇ ਇਦਾਂ ਇਹ ਫਰੇਜ਼ ਆਪਣੀ ਕਿੱਥੇ ਯੂਜ਼ ਹੋਊਗੀ, ਕੀ ਇੱਥੇ ਲਾਈਨ ਯੂਜ਼ ਹੋਊਗੀ ਕਿ ਜਦੋਂ ਆਪਣੇ ਕੋਲ ਕੰਪੈਰੀਜ਼ਨ ਪੁੱਛ ਲਿਆ ਜਾਂਦਾ ਹੈ। ਔਰ ਆਪਾਂ ਨੂੰ ਇੱਕ ਚੀਜ਼ ਦਾ ਮੈਂ ਇਹ ਵੀ ਹੱਲ ਕੱਢਿਆ ਹੋਇਆ, ਨਿਚੋੜ ਕੱਢਿਆ ਹੋਇਆਗਾ ਕਿ ਹੁੰਦਾ ਕੀ ਹੈ ਜੀ, ਫਾਲੋਅਪਸ ਦੇ ਵਿੱਚ ਕੀ ਹੁੰਦਾ ਆ। ਇੱਕ ਕੁਐਸਚਨ ਹੋਊਗਾ ਵੀ ਇਹ ਚੀਜ਼ ਬੱਚਿਆਂ ਨੂੰ ਕਰਨੀ ਚਾਹੀਦੀ ਹੈ ਜੀ, ਬੱਚਿਆਂ ਦੇ ਉੱਪਰ ਹੋਊਗਾ। ਇੱਕ ਕੰਪੈਰੀਜ਼ਨ ਦਾ ਕੁਐਸਚਨ ਹੋਊਗਾ, ਇੱਕ ਪਾਸਟ ਪ੍ਰੈਜ਼ੈਂਟ ਦਾ ਹੋਊਗਾ। ਕੰਪੈਰੀਜ਼ਨ ਦਾ ਪੁੱਛ ਲੈਣਗੇ ਬਜ਼ੁਰਗਾਂ ਦਾ ਜਵਾਨਾਂ ਨਾਲ ਕਰ ਦੇਣਗੇ ਵੀ ਡੂ ਯੂ ਥਿੰਕ ਯੰਗ ਪੀਪਲ ਦਿਸ ਓਲਡ ਪੀਪਲ ਦਿਸ, ਜਾਂ ਕਹਿ ਦੇਣਗੇ do you think old people like more coffee as compared to young people? ਤਾਂ ਉੱਤੇ ਕਹਿ ਦੋ even though young people like coffee, old people are nothing short of। ਹਾਲਾਂਕਿ young people coffee like ਕਰਦੇ ਆ, ਪਰ ਬਜ਼ੁਰਗ ਵੀ ਉਹਨਾਂ ਤੋਂ ਘੱਟ ਨਹੀਂ, ਤੋਂ ਘੱਟ ਨਹੀਂ। nothing short of ਦਾ ਮਤਲਬ ਹੁੰਦਾ ਤੋਂ ਘੱਟ ਨਹੀਂ। ਹੋਰ ਇਹਨੂੰ ਚੇਂਜ ਕਰਕੇ ਬੋਲਣਾ ਆ
कह दो even though young people like to drink coffee but old people are not an exception। वो भी किसी तो घट नहीं। हाँ जी मनप्रीत कुछ कहना चाਹੁंਦੇ हो? ठीक है जी, ਤਾਂ ਨਥਿੰਗ ਸ਼ਾਰਟ ਆਫ ਤੋਂ ਘੱਟ ਨਹੀਂ। ਇਹ ਜਦੋਂ ਹੁਣ ਤੁਹਾਨੂੰ ਇੱਕ ਵਾਰੀ ਮਾਈਂਡ 'ਚ ਬਿਠਾ ਲੇ ਨਾ, ਕਦੇ ਟੈਡ ਟਾਕ ਸੁਣੋਗੇ ਜਾਂ ਕਾਰਟੂਨ ਕੂਟੂਨ ਦੇਖੋਗੇ ਨਾ, ਉਹਦੇ 'ਚ ਤੁਹਾਨੂੰ ਇਹ ਵਰਡਸ ਜਦੋਂ ਮਿਲਣਗੇ ਫਿਰ ਖਿਆਲ ਜਾਏਗਾ ਵੀ ਹਾਂ ਅਸੀਂ ਸਿੱਖਿਆ ਹੋਇਆ। ਵੈਸੇ ਆਪਣਾ ਖਿਆਲ ਸਮ ਟਾਈਮ ਨਹੀਂ ਜਾਂਦਾ। ਠੀਕ ਹੈ, ਓਕੇ ਜੀ। ਆਊਟ ਆਫ ਨੋਵੇਅਰ ਤਾਂ ਇਹਦਾ ਮਤਲਬ ਹੁੰਦਾ ਪਤਾ ਨਹੀਂ ਕਿੱਥੋਂ। ਫੋਰ ਐਗਜ਼ਾਮਪਲ ਆਪਣਾ ਕਿਊ ਕਾਰਡ ਹੈਗਾ ਜੀ, describe a time when you observed stars, describe a time when something broken। ਤਾਂ ਮੈਂ ਉਹਦੇ 'ਚ ਇੱਕ ਲਾਈਨ ਬਣਾਈ ਸੀਗੀ, ਸ਼ਾਇਦ ਉਹ ਅਪਲੋਡ ਨਹੀਂ ਕੀਤਾ ਹਲੇ। Actually, I was working on the roof of my house. Out of nowhere, a ball came and hit the screen of my laptop. ਪਤਾ ਨਹੀਂ ਕਿੱਥੋਂ ਇੱਕ ਗੇਂਦ ਆਈ, ਉਹਨੇ ਮੇਰੇ ਲੈਪਟਾਪ ਦੀ ਸਕਰੀਨ ਨੂੰ ਹਿੱਟ ਕੀਤਾ। ਇੱਕ ਲਾਈਨ ਉਹਦੇ 'ਚ ਪਾਈ ਸੀ, ਅਬਜ਼ਰਵਡ ਸਟਾਰਸ ਵਾਲੇ ਦੇ ਵਿੱਚ, ਉਹ ਅਪਲੋਡ ਕੀਤਾ ਹੋਇਆ ਸ਼ਾਇਦ। ਤੇ since the party was at night, with the view to hitting pillow, I came back to hotel. I was watching the window. Out of nowhere, a star broke and captivated my attention. Captivate ਹੁੰਦਾ attract ਕਰਨਾ, ਮੇਰੀ attention ਨੂੰ attract ਕੀਤਾ ਉਹਨੇ। I stood in front of window. ਮੈਂ ਵਿੰਡੋ ਦੇ ਕੋਲੇ ਖੜ ਗਿਆ। ਠੀਕ ਹੈ, ਉਦੋਂ ਮਤਲਬ ਕੁੱਲ ਮਿਲਾ ਕੇ ਮੇਰਾ ਇੱਥੇ ਮਕਸਦ ਕੀ ਸੀ ਤੁਹਾਨੂੰ ਦੱਸਣਾ, ਆਊਟ ਆਫ ਨੋਵੇਅਰ। Actually, I was going on the road. Out of nowhere, a dog came and accident with my scooty. ਮੈਂ ਸੜਕ ਤੇ ਜਾ ਰਹੀ ਸੀ ਜਾਂ ਜਾ ਰਿਹਾ ਸੀਗਾ, ਇੱਕ ਕੁੱਤਾ ਪਤਾ ਨਹੀਂ ਕਿੱਥੋਂ ਆਇਆ ਮੇਰੀ ਸਕੂਟੀ 'ਚ ਵੱਜਿਆ। ਇਹ ਚੀਜ਼ਾਂ ਤੁਹਾਨੂੰ ਨੈਚੁਰਲ ਬਣਾਉਂਦੀਆਂ ਨੇ, ਲਾਈਕ ਸਡਨਲੀ ਜਿਹਨੂੰ ਆਪਾਂ ਕਹਿ ਦਿੰਦੇ ਆ, ਅਬਰਪਟਲੀ, ਸਡਨਲੀ। ਠੀਕ ਹੈ, ਕਲੀਅਰ ਹੋ ਗਏ ਦੋ ਤਿੰਨ? ਹਾਂਜੀ ਹਾਂਜੀ ਸਰ। ਓਕੇ ਜੀ, ਚਲੋ ਹੁਣ ਆਪਾਂ ਕਰਦੇ ਹਾਂ ਜੀ 5 ਈਡੀਅਮ। ਉਹ ਵਾਲੇ ਕਰਾਂਗੇ ਜਿਹੜੇ ਯੂਜ਼ ਹੁੰਦੇ ਆ, ਐਵੇਂ ਨਹੀਂ ਕੋਈ ਉਰਾ ਪਰਾਂ ਦੇ। ਹੋਰ ਵੀ ਕਰਨ ਨੂੰ ਤਾਂ ਬਹੁਤ ਹੈਗੇ ਨੇ, ਪਰ ਆਪਾਂ ਕਰਾਂਗੇ ਨਹੀਂ। ਪਹਿਲਾ ਲਿਖੋ ਜੀ, ਬਿਗਰ ਫਿਸ਼ ਟੂ ਫਰਾਈ। ਤਾਂ ਇਹਦਾ ਮਤਲਬ ਹੁੰਦਾ ਜੀ ਕਿ ਕਿਸੇ ਇੱਕ ਕੰਮ ਤੋਂ ਜ਼ਿਆਦਾ ਜ਼ਰੂਰੀ ਕੋਈ ਹੋਰ ਕੰਮ ਹੋਣਾ। ਜਿਵੇਂ ਤੁਹਾਨੂੰ ਤੁਹਾਡੇ ਦੋਸਤ ਦਾ ਕਿਸੇ ਫਰੈਂਡ ਸਰਕਲ ਚੋਂ ਫੋਨ ਆਇਆ, hey buddy, today is Sunday, should we go to watch movie? ਉਹਨੇ ਕਿਹਾ, ਬੜੀ ਨੂੰ ਕੀ ਕਹਿੰਦੇ ਨੇ ਯਾਰ, ਹਨਾ, ਓਏ ਯਾਰ ਅੱਜ ਸੰਡੇ ਹੈ, ਕੀ ਸਾਨੂੰ ਫਿਲਮ ਦੇਖਣ ਜਾਣਾ ਚਾਹੀਦਾ? You can say, extremely sorry buddy, I have a bigger fish to fry. I have an assignment which I have to submit, so I cannot go with you. ਤਾਂ ਮੇਰੇ ਕੋਲੇ ਕੋਈ ਹੋਰ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਕੰਮ ਆ, ਤਾਂ ਮੈਂ ਤੇਰੇ ਨਾਲ ਨਹੀਂ ਜਾ ਸਕਦਾ ਜਾਂ ਨਹੀਂ ਜਾ ਸਕਦੀ। ਬਿਗਰ ਫਿਸ਼ ਟੂ ਫਰਾਈ, ਕਿਸੇ ਇੱਕ ਚੀਜ਼ ਤੋਂ ਜ਼ਿਆਦਾ ਜ਼ਰੂਰੀ ਕੋਈ ਹੋਰ ਚੀਜ਼। ਤਾਂ ਇਹ ਨਾਰਮਲ ਲਾਈਫ ਦੇ ਵਿੱਚ ਰੋਜ਼ ਹੀ ਬੋਲ ਸਕਦੇ ਹੋ, ਕਿਉਂਕਿ ਆਪਾਂ ਕਿਹੜਾ ਕਿਸੇ ਨੂੰ ਹਾਂ ਕਰਨੀ ਹੁੰਦੀ ਕਿਸੇ ਕੰਮ ਨੂੰ, ਭਾਵੇਂ ਆਪਾਂ ਵਿਹਲੇ ਹੀ ਆ। ਮੈਸੇਜ ਕਰੋ ਉਹਨੂੰ, ਕਿਸੇ ਨੇ ਪੈਸੇ ਮੰਗ ਲਏ ਉਹਨੂੰ ਕਹਿ ਦੋ, ਐਕਚੁਅਲੀ ਆਈ ਹੈਵ ਅ ਬਿਗਰ ਫਿਸ਼ ਟੂ ਫਰਾਈ ਵੇਅਰ ਆਈ ਵਾਂਟ ਟੂ ਸਪੈਂਡ ਮਾਈ ਮਨੀ। ਮੇਰੇ ਕੋਲ ਇਸ ਤੋਂ ਵੀ ਜ਼ਰੂਰੀ ਕੰਮ ਹੈ ਜਿੱਥੇ ਮੈਂ ਆਪਦੇ ਪੈਸੇ ਖਰਚਣੇ ਚਾਹੁੰਦਾ। ਸੋ ਹਾਊ ਆਈ ਕੁਡ ਗਿਵ ਯੂ, ਤਾਂ ਮੈਂ ਤੈਨੂੰ ਕਿਵੇਂ ਦੇ ਦੇਵਾਂ ਕਿਸੇ ਚੀਜ਼ ਤੋਂ ਜ਼ਿਆਦਾ ਜ਼ਰੂਰੀ ਕੰਮ। ਠੀਕ ਹੈ ਜੀ, ਅਗਲਾ ਲਿਖ ਲਓ ਜੀ, ਸ਼ਿਵਰਿੰਗ ਲਾਈਕ ਅ ਲੀਫ। ਸ਼ਿਵਰਿੰਗ ਲਾਈਕ ਅ ਲੀਫ ਤਾਂ ਪੱਤੇ ਦੀ ਤਰ੍ਹਾਂ ਕੰਬਣਾ। When I gave my last exam, while speaking, I was shivering like a leaf. I was shaking like a leaf. ਜਦੋਂ ਮੈਂ ਆਪਣਾ ਪਿਛਲਾ ਆਇਲਸ ਦਾ ਪੇਪਰ ਦਿੱਤਾ ਸੀ, ਸਪੀਕਿੰਗ ਦੇ ਦੌਰਾਨ ਮੈਂ ਪੱਤੇ ਦੀ ਤਰ੍ਹਾਂ ਕੰਬੀ ਸੀ। ਸ਼ੇਕਿੰਗ ਲਾਈਕ ਅ ਲੀਫ, ਸਪੈਲਿੰਗ ਗਲਤ ਨੇ, ਸੌਰੀ। ਸ਼ੇਕਿੰਗ ਲਾਈਕ ਅ ਲੀਫ।
अगला लिखो जी ABC, सिंपल और बड़ा इंप्रेसिव इडियम है, ABC इडियम है, ठीक है। ਤੁਹਾਨੂੰ ਕਿਸੇ ਨੇ ਕਹਿ ਦਿੱਤਾ ਕਿ ਮੇਰੀ ਅਸਾਈਨਮੈਂਟ ਬਣਾ ਦੇ, ਤੁਹਾਨੂੰ ਕਿਸੇ ਨੇ ਕਹਿ ਦਿੱਤਾ ਕਿ ਮੈਨੂੰ ਪੋਹਾ ਬਣਾ ਦੇ, ਤੁਹਾਨੂੰ ਕਿਸੇ ਨੇ ਕਹਿ ਦਿੱਤਾ ਮੈਨੂੰ ਰਾਈਸ ਬਣਾ ਦੇ, ਤੁਹਾਨੂੰ ਕਿਸੇ ਨੇ ਕਹਿ ਦਿੱਤਾ ਮੈਨੂੰ ਸੂਟ ਪ੍ਰੈਸ ਕਰ ਦੇ, ਤੁਸੀਂ ਕਹਿ ਦਿਓ I don't know the ABC of making rice। ਮੈਨੂੰ ਤਾਂ ਚੌਲ ਬਣਾਉਣ ਦੀ ABC ਵੀ ਨਹੀਂ ਆਉਂਦੀ। I don't even know the ABC of French language. I don't even know the ABC of reading module. I don't even know the ABC of how to iron clothes। clothes ਹੁੰਦਾ, clothes ਆਪਾਂ cloth ਕਹਿੰਦੇ ਆ ਬਹੁਤ ਜ਼ਿਆਦਾ ਬੱਚੇ, cloth ਨਹੀਂ ਹੁੰਦਾ, clothes D ਦੀ ਸਾਊਂਡ ਆਉਂਦੀ ਹੈ, ਠੀਕ ਹੈ। ਹਾਂਜੀ ਇੱਥੋਂ ਤੱਕ ਕਲੀਅਰ ਹੋਇਆ? ਹਾਂਜੀ ਅੱਗੇ ਚੱਲਦੇ ਹਾਂ ਜੀ। ਚੈਰੀ ਔਨ ਕੇਕ, ਚੈਰੀ, ਹਲੋ ਚੈਰੀ ਲਾ ਵੀ ਦਿੰਨੇ ਆ, ਚੈਰੀ ਔਨ ਦੀ ਕੇਕ, ਹਲੋ ਲੱਗੀ ਵੀ ਹੋਈ ਹੈ। ਤਾਂ ਇਹਦਾ ਮਤਲਬ ਕੀ ਹੁੰਦਾ, ਪੰਜਾਬੀ ਦੇ ਵਿੱਚ ਕਹਿੰਦੇ ਨਾ ਸੋਨਾ, ਸੋਨੇ ਤੇ ਸੁਹਾਗਾ, ਸੋਨੇ ਤੇ ਸੁਹਾਗਾ, ਠੀਕ ਹੈ। ਤਾਂ ਉਹ ਚੀਜ਼ ਮੰਨ ਕੇ ਚੱਲੋ, ਕੋਈ ਚੀਜ਼ ਤਾਂ ਮਿਲ ਹੀ ਰਹੀ ਹੈ, ਕੋਈ ਚੀਜ਼ ਤਾਂ ਮਿਲ ਹੀ ਰਹੀ ਹੈ। ਮੰਨ ਕੇ ਚੱਲੋ ਆਪਾਂ ਸੋਚਿਆ ਸੀ ਵੀ 6 ਬੈਂਡ 6.5 ਬੈਂਡ ਆ ਜਾਣ, ਆਪਾਂ ਸੋਚਿਆ ਸੀ 6.5 ਬੈਂਡ ਆ ਜਾਣ, ਤੇ ਓਵਰਆਲ 6.5 ਆ ਗਏ, ਪਰ ਸਪੀਕਿੰਗ ਦੇ ਵਿੱਚੋਂ 7 ਆ ਗਏ। ਤਾਂ 7 ਆ ਗਏ ਤਾਂ ਉਹ ਕੀ ਹੈ, ਉਹ ਚੈਰੀ ਔਨ ਕੇਕ ਆ, ਕੇਕ ਤਾਂ ਆਇਆ ਹੀ ਆਇਆ, ਉੱਤੇ ਚੈਰੀ ਲੱਗ ਗਈ ਵੀ 7 ਸੋਚੇ ਨਹੀਂ ਸੀ ਸਪੀਕਿੰਗ ਚ, ਪਰ ਆ ਗਏ, ਠੀਕ ਹੈ। I did online shopping, I got huge discount, and the cherry on cake was that I got 500 rupees cashback too। ਪਹਿਲਾਂ ਤਾਂ ਮੈਨੂੰ ਡਿਸਕਾਊਂਟ ਵੀ ਮਿਲਿਆ, ਚੈਰੀ ਔਨ ਕੇਕ ਇਹ ਸੀ, ਕੇਕ ਦੇ ਉੱਤੇ ਚੈਰੀ ਇਹ ਸੀਗੀ, ਤੇ ਮੈਨੂੰ 500 ਕੈਸ਼ਬੈਕ ਵੀ ਆ ਗਿਆ। ਚੈਰੀ ਔਨ ਕੇਕ, ਚੈਰੀ ਔਨ ਕੇਕ ਕਲੀਅਰ ਹੋਇਆ ਜੀ? ਬੜਾ ਨਾਈਸ ਹੈ। ਹਾਂਜੀ ਦੱਸਿਓ, ਦੁਬਾਰਾ ਐਕਸਪਲੇਨ ਕਰ ਦੇਣਾ ਨਹੀਂ ਤਾਂ ਕੋਈ ਵੀ ਬੱਚਾ ਜੀ ਕਲੀਅਰ ਨਹੀਂ ਆਦਾ। मेरी आवाज तो आ रही है ना? हाँ जी सर। हाँ जी, कोई कुछ पूछना, हरमन पूछना चाਹੁੰਦੇ ਹੋ? यस ਕਿਵੇਂ ਹਰਮਨ, ਕੀ ਕਹਿ ਰਹੇ ਹੋ? ਸਰ ਐਗਜ਼ਾਮਪਲ ਦਿਓ ਜੀ। ਅੱਛਾ ਐਗਜ਼ਾਮਪਲ, ਓਕੇ ਜੀ। ਤਾਂ ਐਗਜ਼ਾਮਪਲ ਦੇਖੋ ਜੀ, I did, okay, I purchased shoes online with discount। ਠੀਕ ਹੈ, ਮੈਂ ਸ਼ੂਜ਼ ਖਰੀਦੇ ਡਿਸਕਾਊਂਟ ਦੇ ਨਾਲ, ਪਹਿਲਾਂ ਹੀ ਡਿਸਕਾਊਂਟ ਮਿਲਿਆ। and the cherry on cake was that I got 500 cashback also। ਤਾਂ ਪਹਿਲਾਂ ਹੀ ਆਪਾਂ ਡਿਸਕਾਊਂਟ ਤੇ ਖਰੀਦੇ ਆ ਇੱਕ ਚੀਜ਼, ਤਾਂ ਉਦੋਂ ਬਾਅਦ ਕੀ 500 ਕੈਸ਼ਬੈਕ ਵੀ ਆ ਗਿਆ ਚੈਰੀ ਔਨ ਕੇਕ, ਠੀਕ ਹੈ। I was trying to get 6.5 overall score, but the cherry on cake was that I got 7 in speaking। ਮੈਂ ਤਾਂ ਕੋਸ਼ਿਸ਼ ਕਰ ਰਹੀ ਸੀ ਵੀ 6.5 ਓਵਰਆਲ ਹੀ ਆ ਜਾਣ, ਤੇ ਸੋਨੇ ਤੇ ਸੁਹਾਗਾ ਤਾਂ ਇਹ ਹੋ ਗਿਆ ਕਿ ਮੈਨੂੰ ਸਪੀਕਿੰਗ ਚੋਂ 7 ਆ ਗਏ, ਓਵਰਆਲ ਤਾਂ ਭਾਵੇਂ 6.5 ਹੀ ਆਏ ਆ। ਹਰਮਨ ਕਲੀਅਰ? ओके क्लियर। ਓਕੇ ਜੀ, ਇੱਕ ਲਾਸਟ ਈਡੀਅਮ ਦੇਖੋ, ਉਸ ਤੋਂ ਬਾਅਦ ਫਿਰ ਕੁਝ ਹੋਰ ਕਰਦੇ ਆਪਾਂ। ਫੀਲ ਬਲੂ, ਸਿੰਪਲ ਜਿਹਾ ਈਡੀਅਮ ਹੈ, ਫੀਲ ਬਲੂ ਯਾਨੀ ਕਿ ਸੈਡ ਫੀਲ, ਠੀਕ ਹੈ। ਫੀਲ ਬਲੂ, ਸੈਡ ਫੀਲ। ਆਪਣੇ ਕੋਲ ਸਮ ਟਾਈਮ ਨਾ ਰਨਿੰਗ ਸ਼ਾਰਟ ਆਫ ਵਰਡਸ ਵਾਲਾ ਕੰਮ ਹੋ ਜਾਂਦਾ ਆ, ਕਿ ਆਪਾਂ ਕਈ ਵਾਰੀ ਕਹਿਣਾ ਹੀ ਨਹੀਂ ਚਾਹੁੰਦੇ ਹੁੰਦੇ ਕਿ ਮੈਂ ਸੈਡ ਫੀਲ ਕੀਤਾ, ਸੈਡ ਫੀਲ, ਉਹ ਫਿਰ ਵਰਡ
ਘਟ ਜਾਂਦੇ ਆ ਆਪਣੇ ਕੋਲ, ਹੈ ਨਾ। ਤਾਂ ਕਹਿ ਦੋ I was feeling blue, I felt blue, it was a blue feeling for me, ਠੀਕ ਹੈ। ਤਾਂ sad feeling, ਠੀਕ ਹੈ। ਇੱਕ ਹੋਰ ਯਾਦ ਆ ਰਿਹਾ, ਉਹ ਵੀ ਈਡੀਐਮ ਹੈ, ਆਪਾਂ ਨੂੰ ਲੱਗਦਾ ਨਹੀਂ ਸ਼ਾਇਦ ਸਮਟਾਈਮ, ਮੇਕ ਮਾਈ ਡੇ। ਤਾਂ whenever I do running it makes my day, ਪਾਸਟ ਦੇ ਵਿੱਚ made my day, whenever I do running it ਤੋਂ ਬਾਅਦ ਜਦੋਂ ਵੀ ਵਰਬ ਦੀ ਫਸਟ ਫਾਰਮ ਆਊਗੀ ਨਾਲ ਐਸ ਆਊਗੀ, ਠੀਕ ਆ। it makes my day, ਇਹ ਮੇਰਾ ਦਿਨ ਬਣਾ ਦਿੰਦੇ ਆ। day in day out, ਜਿਹਨੂੰ ਆਪਾਂ day to day ਕਹਿ ਦਿੰਦੇ ਆ, ਠੀਕ ਆ। day in day out, like the use of plastic, the use of plastic is increasing day in day out, ਦਿਨ ਬ ਦਿਨ, ਦਿਨ ਬ ਦਿਨ ਈਡੀਐਮ ਹੈ, ਠੀਕ ਹੈ। ਪਰ ਸਪੀਕਿੰਗ ਉਹਦੇ ਰਾਈਟਿੰਗ 'ਚ ਨਾ ਯੂਜ਼ ਕਰਿਓ ਪਲੀਜ਼, ਡੇ ਇਨ ਡੇ ਆਊਟ, ਉਹਦੇ 'ਚ ਆਪਾਂ ਈਡੀਐਮ ਯੂਜ਼ ਨਹੀਂ ਕਰ ਸਕਦੇ ਹੁੰਦੇ।